ਬਾਣੀ ਗੁਰਬਾਣੀ ਲਾਗੇ, ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸ਼ਰੀਰ ਹਮ ਦੇਖਿਆ, ਇਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਪਰਮ ਸਤਿਕਾਰਯੋਗ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੜੇ ਪਿਆਰ ਵੈਰਾਗ ਸ਼ਰਧਾ ਨਾਲ ਰੋਜ਼ਾਨਾ ਦੀ ਤਰ੍ਹਾਂ ਆਪ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤ ਮਿੱਠੜੀ ਬਾਣੀ ਸਰਵਣ ਕਰ ਰਹੇ ਹੋ। ਗੁਰਦੇਵ ਨੇ ਬਾਣੀ 'ਚ ਸਾਨੂੰ ਇਹ ਵਾਰ-ਵਾਰ ਬੋਧ ਬਖਸ਼ਿਆ ਹੈ, ਜਿਵੇਂ ਮਨੁੱਖ ਆਪਣੇ ਬਸਤਰ ਬਦਲਦਾ ਹੈ, ਇੱਕ ਤੋਂ ਬਾਅਦ ਦੂਸਰਾ, ਉਹਦੇ ਤੋਂ ਬਾਅਦ ਦੂਸਰਾ। ਗੁਰੂ ਨਾਨਕ ਸਾਹਿਬ ਜੀ ਆਖਦੇ ਨੇ, ਮਾਝ ਰਾਗ ਅੰਦਰ ਸੁਖ ਦੁੱਖ ਦੋਏ ਦਰ ਕੱਪੜੇ, ਪਹਿਰੈ ਜਾਏ ਮਨੁੱਖ। ਜਿੱਥੈ ਬੋਲਣ ਹਾਰੀ ਹੈ, ਤਿੱਥੈ ਚੰਗੀ ਚੁੱਪ। ਜਿਵੇਂ ਆਪਾਂ ਕੱਪੜੇ ਬਦਲਦੇ ਹਾਂ, ਇਸੇ ਤਰ੍ਹਾਂ ਦੁੱਖ ਅਤੇ ਸੁੱਖ ਇਹ ਸਾਡੇ ਨਾਲ ਹੀ ਵਰਤਣਗੇ। ਜੇ ਸੁੱਖ ਹੈ, ਦੁੱਖ ਵੀ ਹੋਏਗਾ। ਮਸਲਾ ਇਹਨਾਂ ਨੂੰ ਜੀਵਨ 'ਚੋਂ ਕੱਢਣ ਦਾ ਨਹੀਂ ਹੈ, ਮਸਲਾ ਇਹਨਾਂ ਵਿੱਚ ਰਹਿ ਕੇ ਹੀ ਆਨੰਦ ਮਾਣਨਾ ਹੈ। ਹੁਣੇ ਭਾਈ ਸਾਹਿਬ ਸ਼ਬਦ ਗਾ ਕੇ ਗਏ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਵੇਖੋ ਕਿੱਡਾ ਵੱਡਾ ਦੁੱਖ ਹੋਏਗਾ ਤੱਤੀ ਤਵੀ 'ਤੇ ਬੈਠਣਾ। ਕੋਈ ਛੋਟੀ ਮੋਟੀ ਗੱਲ ਥੋੜ੍ਹਾ ਹੈ, ਉੱਪਰ ਰੇਤ ਪੈ ਰਹੀ ਹੈ, ਪਾਣੀ ਉਬਲਦਾ ਤਨ 'ਤੇ ਪੈ ਰਿਹਾ ਹੈ, ਪਰ ਉੱਥੇ ਵੀ ਸਾਹਿਬ ਕਹਿੰਦੇ ਨੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਅਸੀਂ ਰਹਿੰਦੇ ਕਿਵੇਂ ਹਾਂ, ਸਾਡਾ ਨਜ਼ਰੀਆ ਕੀ ਹੈ, ਉਹ ਬਹੁਤ ਵੱਡੇ ਮਾਇਨੇ ਰੱਖਦਾ ਹੈ। ਹਾਲਾਤਾਂ ਨੂੰ ਅਸੀਂ ਨਹੀਂ ਬਦਲ ਸਕਦੇ, ਨਜ਼ਰੀਆ ਜ਼ਰੂਰ ਬਦਲ ਸਕਦੇ ਹਾਂ। ਹਾਲਾਤ ਸਾਡੇ ਵੱਸ ਨਹੀਂ ਹੈ ਗੁਰਮੁਖ ਜਨ, ਨਾ ਹੋ ਸਕਦੇ ਨੇ, ਨਾ ਅੱਜ ਤੱਕ ਹੋਏ ਨੇ। ਕਿਸੇ ਦੇਵੀ ਦੇਵਤੇ ਦਾ, ਅਵਤਾਰੀ ਪੁਰਸ਼ ਦਾ ਕੋਈ ਵੀ ਤੁਸੀਂ ਇਤਿਹਾਸ ਵੇਖੋ, ਹਾਲਾਤ ਕਿਸੇ ਦੇ ਅਨੁਕੂਲ ਨਹੀਂ ਰਹੇ, ਪਰ ਉਹਨਾਂ ਦੇ ਮਨ ਵਿੱਚ ਕੈਸੀ ਅਡੋਲਤਾ ਹੈ, ਦੁੱਖ ਨੂੰ ਵੀ ਕਬੂਲ ਕੀਤਾ ਹੈ, ਸੁੱਖ ਨੂੰ ਵੀ ਕਬੂਲ ਕੀਤਾ ਹੈ। ਇਹ ਕਿਹਾ ਵਾਹਿਗੁਰੂ, ਜੀਵਨ 'ਚੋਂ ਅਸੀਂ ਇਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ। ਜਿਵੇਂ ਦਿਨ ਨੂੰ ਧੱਕਾ ਰਾਤ ਨੇ ਮਾਰਿਆ, ਜਵਾਨੀ ਨੂੰ ਬੁਢੇਪਾ ਅੱਗੇ ਤੋਰ ਦਿੰਦਾ ਹੈ, ਜੀਵਨ ਨੂੰ ਮਰਨ ਅੱਗੇ ਤੋਰ ਦਿੰਦਾ ਹੈ। ਇਸ ਸੰਸਾਰ ਦਾ ਦਸਤੂਰ ਹੈ। ਸੋ ਇਹਦੇ ਵਿੱਚ ਰਹਿੰਦਿਆਂ ਆਪਣਾ ਨਜ਼ਰੀਆ ਮਾਫ਼ ਕਰਨਾ, ਉਹ ਬਦਲੀਏ। ਉਹ ਤਾਂ ਹੀ ਹੋ ਸਕਦਾ ਜੇ ਗੁਰੂ ਕੀ ਬਾਣੀ ਹੋਏਗੀ, ਫਿਰ ਸਾਨੂੰ ਚੜ੍ਹਦੀ ਕਲਾ ਮਿਲਦੀ ਹੈ। ਜੋ ਸਾਹਿਬ ਨੇ ਵਚਨ ਕੀਤਾ ਸੀ ਕੱਲ੍ਹ, ਨਾਨਕ ਭਗਤਾਂ ਸਦਾ ਵਿਗਾਸ ਸੁਣਿਐ, ਦੁਖ ਪਾਪ ਕਾ ਨਾਸ। ਸੋ ਹਾਲਾਤ ਸਾਡੇ ਵੱਸ ਨਹੀਂ, ਸਾਡਾ ਨਜ਼ਰੀਆ ਸਾਡੇ ਕੋਲ ਜੇ ਗੁਰੂ ਵਾਲਾ ਹੋਏਗਾ, ਫਿਰ ਸਭ ਮੁਬਾਰਕ ਹੈ, ਸਭ ਭਲਾ ਹੈ। ਸਾਹਿਬ ਦੀ ਪਾਵਨ ਬਾਣੀ ਜਪ ਜੀ ਸਾਹਿਬ, ਕੱਲ੍ਹ ਤੱਕ ਗੁਰਦੇਵ ਦੀ ਅਸੀਸ ਬਖਸ਼ਿਸ਼ ਦਾ ਸਦਕਾ ਆਪਾਂ ਸਭਨਾਂ ਨੇ 12 ਪੌੜੀਆਂ ਤੱਕ ਉਚਾਰਨ ਵਿਚਾਰ ਸਾਂਝੇ ਕੀਤੇ ਸਨ। ਇਸ ਤੋਂ ਅੱਗੇ ਆਓ ਆਪਾਂ ਵਿਚਾਰ ਦੀ ਰਮਤਾ ਕਰੀਏ। ਪਿਆਰ ਨਾਲ ਸਾਰੇ ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਦਾਸ ਉਚਾਰੇਗਾ ਨਾਲ ਤੁਸੀਂ, ਫਿਰ ਆਪਾਂ ਉਸ ਪੌੜੀ ਦੇ ਅਰਥ ਕਰਨੇ ਨੇ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾਂ ਨਾ ਖਾਏ,
ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਇਹ ਹੈ ਮੰਨੈ। ਕੱਲ ਆਪਾਂ ਪੌੜੀ ਆਖਰੀ ਸਾਂਝੀ ਕੀਤੀ ਸੀ। ਮੰਨੇ, ਇਹ ਧਿਆਨ ਰੱਖਣ ਦੀ ਲੋੜ ਹੈ। ਪਹਿਲੀ ਪੌੜੀ ਮੰਨੇ ਦੀ ਹੈ, ਫਿਰ 3 ਪੌੜੀਆਂ ਮੰਨੈ। ਤੇ ਤੁਸੀਂ ਕਹੋਗੇ ਫਰਕ ਕੀ ਹੈ? ਮੰਨੇ ਦਾ ਅਰਥ ਹੁੰਦਾ ਜਿਸ ਨੇ ਮੰਨਿਆ। ਆ ਬਾਣੀ 'ਚ ਜਿੰਨੇ 35 ਮਹਾਂਪੁਰਖ ਬੈਠੇ ਨੇ ਉਹ ਮੰਨੇ ਵਾਲੇ ਨੇ। ਤੇ ਸਾਨੂੰ ਸਤਿਗੁਰ ਕਹਿੰਦੇ ਮੰਨੈ, ਮੰਨਣ ਕਰਕੇ। ਜੇ ਅਸੀਂ ਵੀ ਮੰਨਾਂਗੇ ਸਾਡੀ ਵੀ ਉਹ ਅਵਸਥਾ ਹੋ ਜਾਣੀ। ਬਹੁਤ ਵਾਰ ਜ਼ੁਬਾਨ ਤੋਂ ਆਪਾਂ ਕਹਿ ਦਿੰਦੇ ਹਾਂ, ਗੱਲਾਂ ਬਹੁਤ ਯਾਦ ਹੁੰਦੀਆਂ ਨੇ ਸਾਨੂੰ, ਪਰ ਕਬੂਲਦੇ ਨਹੀਂ। ਜੋ ਮੰਨਿਆ ਨਹੀਂ ਉਹ ਜੀਵਨ 'ਚ ਨਹੀਂ ਵਰਤੇਗਾ। ਭਾਵੇਂ ਗੱਲਾਂ 'ਚ ਹੋਏ, ਸਾਡੇ ਮੈਸੇਜ ਫਾਰਵਰਡ ਹੁੰਦੇ ਹੋਣ, ਜੋ ਆਪਾਂ ਜੀਵਨ 'ਚ ਨਹੀਂ ਮੰਨਿਆ ਉਹ ਹੋਏਗਾ ਨਹੀਂ। ਤੇ ਮੇਰੇ ਸਾਹਿਬ ਨੇ ਕਿਹਾ ਪਹਿਲੋਂ ਪੌੜੀ ਬਖਸ਼ੀ ਹੈ ਮੰਨੇ, ਮੰਨੇ ਕੀ ਗਤ ਕਹੀ ਨਾ ਜਾਏ। ਜਿਸ ਨੇ ਮੰਨਿਆ, ਭਗਤ ਕਬੀਰ ਜੀ ਬਾਰੇ ਅਸੀਂ ਕੀ ਕਹਿ ਸਕਦੇ ਹਾਂ? ਉਹਦਾ ਜੀਵਨ ਕੈਸਾ ਹੈ, ਸਾਡਾ ਕੈਸਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਨਾਨਕ ਦੇਵ ਸਾਹਿਬ, ਭਗਤ ਰਵਿਦਾਸ ਜੀ, ਪੀਪਾ ਜੀ ਕੀ ਕਹਿ ਸਕਦੇ ਹਾਂ? ਸਾਡੇ ਕੋਲ ਤੇ ਸ਼ਬਦ ਵੀ ਥੋੜ੍ਹੇ ਨੇ, ਬਹੁਤ ਛੋਟੇ ਨੇ। ਕੋਈ ਐਗਜੈਕਟਿਵ ਵੀ ਸਹੀ ਨਹੀਂ ਮਿਲਦਾ ਜਿਹੜਾ ਆਪਾਂ ਉਹਨਾਂ ਵਾਸਤੇ ਵਰਤ ਸਕੀਏ। ਸੋ ਉਹਦੇ 'ਚ ਅਭੇਦ ਅਵਸਥਾ ਹੈ ਜਿਹੜੀ ਨਦੀ ਹੈ ਨਾ। ਹੁਣ ਮੰਨੇ ਦੇ ਕੀ ਅਰਥ ਨੇ? ਜਿਵੇਂ ਨਦੀ ਤੁਰਦੀ ਤੁਰਦੀ ਜਦੋਂ ਸਮੁੰਦਰ 'ਚ ਚਲੀ ਜਾਏ ਨਾ, ਫਿਰ ਉੱਥੇ ਨਦੀ ਦੀ ਗੱਲ ਨਹੀਂ ਹੋਏਗੀ, ਸਮੁੰਦਰ ਦੀ ਹੋਏਗੀ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ, ਵਾਹਿਗੁਰੂ 'ਚ ਅਭੇਦ ਹੋ ਗਏ, ਉੱਥੇ ਗੱਲ ਰੱਬ ਦੀ ਆਉਂਦੀ ਹੈ। ਫਿਰ ਉਹ ਰੱਬ ਵਰਗੀ ਹੋ ਗਈ। ਤੋ ਸਤਿਗੁਰ ਨੇ ਪਹਿਲੋਂ ਉਸ ਅਵਸਥਾ ਨੂੰ ਬਿਆਨ ਕੀਤਾ ਮੰਨੇ। ਤੇ ਅੱਗੇ ਹੈ ਇਹ ਮੰਨੈ, ਭਾਵ ਮੰਨਣ ਕਰਕੇ, ਕੰਡੀਸ਼ਨ। ਜੇ ਮੰਨਾਂਗੇ ਤੇ ਸਤਿਗੁਰ ਕਹਿੰਦੇ ਕੀ ਹੋਏਗਾ? ਮੰਨੈ ਸੁਰਤ ਹੋਵੈ ਮਨ ਬੁੱਧ। ਗੁਰੂ ਦੀ ਸਿੱਖਿਆ ਨੂੰ, ਹੁਕਮ ਰਜਾਈ ਦੇ ਮਾਰਗ ਨੂੰ ਜੇ ਵਾਕਈ ਆਪਾਂ ਮਨ ਕਰਕੇ ਮੰਨੇ, ਤੇ ਗੁਰਮੁਖੋ ਨੌਕਰ ਜਿਹੜਾ ਹੈ ਉਹ ਤਨ ਵੇਚਦਾ, ਸੇਵਕ ਜਿਹੜਾ ਹੁੰਦਾ, ਦਾਸ ਹੁੰਦਾ, ਭਗਤ ਹੁੰਦਾ, ਉਹ ਮਨ ਵੇਚਦਾ। ਚਾਕਰ ਹੈ ਹੀ ਉਹ, ਗੁਰੂ ਕਾ ਦਾਸ ਹੈ ਹੀ ਉਹ, ਸਿੱਖ ਹੈ ਹੀ ਉਹ। ਮਨ ਵੇਚੈ ਗੁਰ ਕੈ ਪਾਸ, ਤਿਸ ਸੇਵਕੇ ਕਾਰਜ ਰਾਸ। ਇੱਥੇ ਮਸਲਾ ਹੀ ਸਾਰਾ ਮਨ ਦਾ, ਸੰਸਾਰ ਦਾ ਮਸਲਾ ਤਨ ਦਾ। ਤੇ ਮੁਸ਼ਕਲ ਇਹ ਹੁੰਦੀ ਹੈ, ਅਸੀਂ ਧਰਮ ਦੇ ਜਗਤ ਵਿੱਚ ਤਨ ਕਰਕੇ ਕੰਮ ਕਰ ਲਏ, ਸੰਸਾਰ ਨਾਲ ਮਨ ਜੋੜ ਲਿਆ। ਇਹ ਮੁਸ਼ਕਲ ਬਣ ਗਈ ਜੀਵਨ ਅੰਦਰ। ਤੋ ਸਾਹਿਬ ਕਹਿੰਦੇ ਜੇ ਅਸੀਂ ਮੰਨਾਂਗੇ, ਕੰਡੀਸ਼ਨ ਮੰਨੈ, ਸੁਰਤ ਹੋਵੈ ਮਨ ਬੁੱਧ। ਸੁਰਤ ਸੋਝੀ ਹੁੰਦੀ, ਆਪਾਂ ਕਹਿੰਦੇ ਸੁਰਤ ਨਹੀਂ ਬੰਦੇ ਨੂੰ ਰਹੀ। ਸੁਰਤ ਸੋਝੀ, ਸੁਰਤ ਹੋਵੈ ਮਨ ਦੇ ਨੰਨੇ ਨੂੰ ਸਿਆਰੀ ਮਨ ਵਿੱਚ, ਬੁੱਧ ਦੇ ਧੱਦੇ ਨੂੰ ਸਿਆਰੀ ਬੁੱਧ ਵਿੱਚ। ਮਨ ਕੀ ਹੈ? ਜਿੱਥੋਂ ਥੋਟ ਵਿਚਾਰ ਪੈਦਾ ਹੁੰਦੇ ਨੇ। ਬੁੱਧੀ ਕੀ ਹੈ? ਜੋ ਨਿਰਣਾ ਕਰਦੀ ਏ ਚੰਗਾ ਏ ਮੰਦਾ। ਮਨ ਨੇ ਵਿਚਾਰ ਪੈਦਾ ਕੀਤਾ, ਬੁੱਧੀ ਨੇ ਨਿਰਣਾ ਕੀਤਾ ਵੀ ਹੋਣਾ ਚਾਹੀਦਾ, ਕਰਮ ਨਹੀਂ ਹੋਣਾ ਚਾਹੀਦਾ। ਤੇ ਮਨ ਨੇ ਜੇ ਵਿਚਾਰ ਕੀਤਾ, ਜੇ ਗੁਰੂ ਵਾਲੀ ਬੁੱਧ ਨਹੀਂ ਹੈ, ਫਿਰ ਉਹ ਗੁਰਦੇਵ ਨੇ ਬਾਣੀ 'ਚ ਕਿਹਾ, ਭਗਤ ਕਬੀਰ ਜੀ ਦੀ ਰਸਨਾ ਹੈ। ਅਕਸਰ ਵੇਖੀਦਾ ਇੱਕ ਛੋਟਾ ਜਿਹਾ ਬਾਲਕ, ਕੋਈ ਬੱਚਾ ਹੋਏ, ਮਾਂ ਕੋਲੋਂ ਭੋਜਨ ਪ੍ਰਾਪਤ ਕਰਦਾ ਹੈ। ਪਰ ਭਗਤ ਕਬੀਰ ਜੀ ਕਹਿੰਦੇ ਬੜੀ ਖੇਡ ਹੈ। ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਹੁਣ ਭੇਡ ਮਾਂ ਹੈ, ਲੇਲਾ ਬੱਚਾ ਹੈ। ਚਾਹੀਦਾ ਤਾਂ ਇਹ ਸੀ ਇੱਕ ਬੱਚਾ ਮਾਂ ਕੋਲੋਂ ਭੋਜਨ ਪ੍ਰਾਪਤ ਕਰਦਾ, ਪਰ ਮਾਂ ਬੱਚੇ ਕੋਲੋਂ ਭੋਜਨ ਪ੍ਰਾਪਤ ਕਰ ਰਹੀ ਹੈ। ਤੇ ਸਤਿਗੁਰੂ ਨੂੰ ਪੁੱਛੀਏ, ਸਤਿਗੁਰ ਗੱਲ ਸਮਝ ਨਹੀਂ ਆਈ। ਹੁਣ ਫਿਰ ਸਾਨੂੰ ਇਹਦੇ ਭਾਵ ਅਰਥ ਕਰਨੇ ਪੈਣਗੇ। ਆਖਰੀ ਅਰਥ ਇਹ ਨੇ ਵੀ ਬੜੀ ਹੈਰਾਨੀ ਦੀ ਖੇਡ ਹੈ, ਇੱਕ ਭੇਡ ਨੂੰ ਲੇਲਾ ਚੁੰਘ ਰਿਹਾ, ਮਾਫ ਕਰਨਾ, ਇੱਕ ਲੇਲੇ ਨੂੰ ਭੇਡ ਚੁੰਘ ਰਹੀ ਹੈ। ਲੇਲੇ ਕੋ ਚੁੰਘੈ ਨਿਤ ਭੇਡ। ਹੁਣ ਇਹਦਾ ਭਾਵ ਅਰਥ ਸਮਝਣਾ ਪਏਗਾ। ਲੇਲਾ ਹੈ ਮਨ, ਭੇਡ ਹੈ ਬੁੱਧੀ। ਚਾਹੀਦਾ ਤੇ ਸੀ ਚੰਗੀ ਬੁੱਧੀ ਹੁੰਦੀ, ਮਨ ਨੂੰ ਕੰਟਰੋਲ ਰੱਖਦੀ, ਪਰ ਮਨ ਨੇ ਸਭ ਤੇ ਕੰਟਰੋਲ ਕਰ ਲਿਆ। ਬੋਧਕ ਤਲ ਰਿਹਾ ਹੀ ਨਹੀਂ, ਸੁਰਤ ਰਹੀ ਨਹੀਂ। ਫਿਰ ਆਪਾਂ ਕਹਿੰਦੇ ਮਨਮੁਖ ਕੌਣ ਹੈ? ਜਿੱਥੇ ਮਨ ਦੀ ਮਰਜ਼ੀ ਪ੍ਰਧਾਨ ਹੋਵੇ।
ਮਨ ਹੋਰ ਹਰੇਕ ਸਭ ਚੀਜ਼ ਤੇ ਸ਼ੱਕ ਪੈਦਾ ਕਰਦਾ, ਆਪਣੇ ਆਪ ਤੇ ਨਹੀਂ ਸ਼ੱਕ ਪੈਦਾ ਹੋਣ ਦਿੰਦਾ। ਕਹਿੰਦਾ ਨਹੀਂ ਮੈਂ ਠੀਕ ਹਾਂ, ਮੇਰੇ ਵਿਚਾਰ ਠੀਕ ਨੇ। ਤੋ ਸਾਹਿਬ ਕਹਿੰਦੇ ਜੇ ਮੰਨਿਆ ਹੈ, ਜੇ ਮੱਤ ਲਈ ਹੈ ਗੁਰੂ ਦੀ, ਹੁਕਮ ਰਜਾਈ ਦੇ ਮਾਰਗ ਨੂੰ ਕਬੂਲਿਆ ਹੈ, ਫਿਰ ਬੁੱਧ ਚੰਗਾ ਨਿਰਣਾ ਕਰਦੀ ਹੈ, ਮਨ ਚੰਗਾ ਵਿਚਾਰ ਪੈਦਾ ਕਰਦਾ ਹੈ। ਮੰਨੈ ਸਗਲ ਭਵਨ ਕੀ ਸੁਧ, ਗੁਰੂ ਦੀ ਸਿੱਖਿਆ ਨੂੰ ਮੱਤ ਨੂੰ ਮੰਨਣ ਕਰਕੇ ਸਗਲ ਭਵਨ ਕੀ ਸੁਧ, ਸੁਧ ਦਾ ਅਰਥ ਹੈ ਸੋਝੀ। ਇੱਕ ਹੁੰਦਾ ਪਿਓਰ ਵਾਸਤੇ, ਉੱਥੇ ਆਪਾਂ ਸ਼ੁੱਧ ਪੜਾਂਗੇ। ਸੋ ਇੱਥੇ ਹੈ ਸੁਧ, ਸੋਝੀ। ਸਾਰੇ ਭਵਨਾਂ ਦੀ ਸੋਝੀ ਆ ਗਈ ਵੀ ਵਾਹਿਗੁਰੂ ਤੇਰੇ ਹੀ ਬੰਦੇ ਨੇ। ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਵੱਡਾ ਹੈ, ਕੋਈ ਛੋਟਾ ਹੈ। ਫਿਰ ਨਫ਼ਰਤ ਨਹੀਂ ਰਹਿ ਜਾਂਦੀ ਜੀਵਨ 'ਚ, ਆ ਜਾਂਦੀ ਹੈ ਸੋਝੀ ਵੀ ਸਾਰੇ ਭਵਨਾਂ 'ਚ ਤੂੰ ਵਿਆਪਕ ਹੈ। ਫਿਰ ਰੱਬ ਨੂੰ ਲੱਭਣ ਦੀ ਲੋੜ ਨਹੀਂ ਹੁੰਦੀ, ਉਹ ਬਾਹਰ ਨਹੀਂ ਕਦੇ ਭਟਕਦੇ, ਉਹ ਆਪਣੇ ਜੀਵਨ 'ਚੋਂ ਹੀ ਸਭ ਕੁਝ ਫਰੋਲ ਕੇ ਲੱਭ ਲੈਂਦੇ ਨੇ। ਤੋ ਸਗਲ ਭਵਨ ਕੀ ਸੁਧ, ਸਾਰੇ ਹੀ ਭਵਨਾਂ ਵਿੱਚ ਵਾਹਿਗੁਰੂ ਦੇ ਵਰਤ ਰਹੇ ਹੁਕਮ ਕਲਾ ਦੀ ਸੋਝੀ ਹੁੰਦੀ ਹੈ। ਮੰਨੈ ਮੋਹ ਚੋਟਾਂ ਨਾ ਖਾਏ, ਇਹਨੂੰ ਮੋਹੇ ਨਹੀਂ ਆਪਾਂ ਪੜ੍ਹਨਾ, ਹਾਹੇ ਨੂੰ ਸਿਆਰੀ ਹੈ, ਅਰਥ ਵਾਸਤੇ ਹੈ ਮੂੰਹ ਉੱਤੇ। ਮੰਨੈ ਮੰਨਣ ਕਰਕੇ ਮੋਹ ਚੋਟਾਂ ਨਾ ਖਾਏ, ਚੋਟਾਂ ਆਪਾਂ ਨਾਸਕੀ ਉਚਾਰਨ ਕਰਾਂਗੇ। ਸਾਹਿਬ ਕਹਿੰਦੇ ਉਹਨਾਂ ਨੂੰ ਮੂੰਹ ਉੱਤੇ ਵਿਕਾਰਾਂ ਦੀਆਂ ਸੱਟਾਂ ਨਹੀਂ ਪੈਂਦੀਆਂ। ਉਹਨਾਂ ਦੇ ਮੂੰਹ ਬੜੇ ਉਜਲੇ ਨੇ ਜਿਨ੍ਹਾਂ ਨੇ ਮੰਨਿਆ, ਕਿਉਂਕਿ ਉਹਨਾਂ ਦੇ ਕਰਮ ਉਜਲੇ ਨੇ। ਉਹਨਾਂ ਨੂੰ ਮੂੰਹ ਲੁਕਾਉਣ ਦੀ ਲੋੜ ਨਹੀਂ, ਅਪਰਾਧੀ ਦਾ ਮੂੰਹ ਲੁਕਾਇਆ ਜਾਂਦਾ ਹੈ। ਇਸ ਵਾਸਤੇ ਮੇਰੇ ਸਾਹਿਬ ਕਹਿਣ ਲੱਗੇ, ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀ ਜਾਏ। ਜਿਨ੍ਹਾਂ ਦੇ ਮੁਖ ਤੇ ਵਿਕਾਰਾਂ ਦੀਆਂ ਸੱਟਾਂ ਹੋਣ, ਉਹ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਿੰਦੇ। ਤੇ ਜੇ ਮੰਨਿਆ ਹੈ ਫਿਰ ਬੜੀ ਸੋਝੀ ਹੈ। ਉਹਨਾਂ ਦੇ ਮੁਖ ਸਦਾ ਹੀ ਉਜਲੇ ਨੇ, ਜਮਦੂਤਾਂ ਦੀ ਵਿਕਾਰਾਂ ਦੀ ਮਾਰ ਨਹੀਂ ਉਹ ਖਾਂਦੇ। ਮੰਨੈ ਜਮ ਕੈ ਸਾਥ ਨਾ ਜਾਏ, ਗੁਰੂ ਦੀ ਮੱਤ ਸਿੱਖਿਆ ਮੰਨਣ ਕਰਕੇ ਮਨੁੱਖ ਜਮ ਦੇ ਵਸ ਨਹੀਂ ਪੈਂਦਾ। ਉਹਨੂੰ ਕੋਈ ਵਾਸਤਾ ਨਹੀਂ ਰਹਿ ਜਾਂਦਾ ਸਵਰਗ ਨਾਲ, ਨਰਕ ਨਾਲ। ਉਹ ਰਾਹ ਹੀ ਇਸ ਪਾਸੇ ਤੁਰਦਾ ਜਿੱਧਰ ਨਰਕ ਸਵਰਗ ਆਉਂਦੇ ਨੇ। ਜਿੱਧਰ ਮਾਲਕ ਹੈ ਉਹਦੀ ਬਖਸ਼, ਹੁਕਮ ਰਜਾਈ ਦਾ ਮਾਰਗ ਹੈ ਜਿਹੜਾ, ਉਹ ਨਰਕ ਸਵਰਗ ਵੱਲ ਜਾਂਦਾ ਹੀ ਨਹੀਂ, ਉਹ ਹੁੰਦਾ ਹੀ ਉਹਦੇ 'ਚ ਅਭੇਦ ਹੈ ਜਾ ਕੇ। ਸੋ ਸਾਹਿਬ ਜੀ ਕਹਿਣ ਲੱਗੇ ਉੱਥੇ ਫਿਰ ਕਿਸੇ ਪ੍ਰਕਾਰ ਦੀ ਕੋਈ ਜ਼ਿੰਦਗੀ ਦੇ ਅੰਦਰ ਡਰ ਬੇਪਤੀ ਨਹੀਂ ਹੁੰਦੀ। ਐਸਾ ਨਾਮ ਨਿਰੰਜਨ ਹੋਏ, ਨਿਰੰਜਨ ਕਾਲਖ ਤੋਂ ਰਹਿਤ। ਅਜਿਹਾ ਨਾਮ ਜੋ ਪਾਰਸ ਕਲਾ ਸੰਪੰਨ, ਤੇ ਗੁਰਦੇਵ ਕਹਿੰਦੇ ਨਾਮ ਨੂੰ ਮੰਨਣ ਵਾਲਾ ਮਨੁੱਖ ਵੀ ਮਾਇਆ ਤੋਂ ਮੁਕਤ ਹੋ ਜਾਂਦਾ। ਜੇ ਉਹਦਾ ਨਾਮ, ਉਹਦੇ ਗੁਣ ਬੜੇ ਮੁਕਤ ਨੇ, ਫਿਰ ਜੀਵਨ ਵੀ ਮੁਕਤ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ। ਉਹਨੂੰ ਮਨ ਕਰਕੇ ਸਾਹਿਬ ਜੀ ਕਹਿੰਦੇ ਮਨ ਕੋਈ, ਮਨ ਦੇ ਨਨਨ ਸਿਆਰੀ ਮਨ ਵਿੱਚ। ਜੇ ਸਾਹਿਬ ਜੀ ਕਹਿੰਦੇ ਕੋਈ ਮਨੁੱਖ ਮਨ ਕਰਕੇ ਮੰਨਣਾ ਕਰੇ, ਤੇ ਸਾਹਿਬ ਕਹਿੰਦੇ ਉਹ ਵੀ ਫਿਰ ਮਾਇਆ ਤੋਂ ਕਾਲਖ ਤੋਂ ਰਹਿਤ ਹੈ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮੰਨਣ ਕਰਕੇ, ਮਾਰਗ ਠਾਕ ਨਾ ਪਾਏ। ਠਾਕ ਦਾ ਅਰਥ ਹੁੰਦਾ ਰੁਕਾਵਟ, ਮਾਰਗ ਦੇ ਗੱਗੇ ਨੂੰ ਸਿਆਰੀ ਮਾਰਗ ਤੇ। ਗੁਰਦੇਵ ਜੀ ਕਹਿੰਦੇ ਉਹਨਾਂ ਨੂੰ ਪਰਮਾਰਥ ਦੇ, ਸੱਚ ਦੇ, ਜੀਵਨ ਦੇ ਰਾਹ ਤੇ ਤੁਰਦਿਆਂ ਕੋਈ ਰੁਕਾਵਟ ਨਹੀਂ ਆਉਂਦੀ। ਕੋਈ ਉਹਨਾਂ ਦਾ ਕੂੜ ਵਿਕਾਰ ਹੰਕਾਰ ਰਾਹ ਨਹੀਂ ਰੋਕ ਸਕਦੇ। ਉਹ ਇੰਨੇ ਕੁ ਪਰਾਕਰਮ ਦੇ ਨਾਲ, ਆਤਮਿਕ ਬਲ ਨਾਲ, ਦ੍ਰਿੜਤਾ ਨਾਲ ਭਰੇ ਹੁੰਦੇ ਨੇ। ਠਾਕ ਨਾ ਪਾਏ। ਮੰਨੈ ਪਤ ਸਿਉ ਪ੍ਰਗਟ ਜਾਏ, ਤੇ ਮੱਤ ਨੂੰ, ਗੁਰੂ ਦੀ ਸਿੱਖਿਆ ਨੂੰ ਮੰਨਣ ਕਰਕੇ ਪਤ ਸਿਉ
ਬੜੀ ਸ਼ੋਭਾ ਸਨਮਾਨ ਦੇ ਨਾਲ ਪ੍ਰਗਟ ਹੋ ਕੇ ਸੱਚੀ ਦਰਗਾਹ 'ਚ ਜਾਂਦਾ ਹੈ। ਉਹ ਸਦਾ ਪੱਤ ਵਾਲਾ ਹੈ, ਸਦਾ ਪ੍ਰਗਟ ਹੈ, ਜਿਨ੍ਹਾਂ ਗੁਰਦੇਵ ਜੀ ਕਹਿੰਦੇ ਮੰਨਿਆ ਹੈ। ਸੋ ਮੰਨਣ ਕਰਕੇ ਹੀ ਇਹ ਅਵਸਥਾ ਜੀਵਨ 'ਚ ਬਣ ਆਉਂਦੀ ਹੈ। ਮੰਨੈ ਮਗ ਨਾ ਚੱਲੈ ਪੰਥ। ਧਰਮ ਦੇ ਬਣੇ ਬਣੇ ਜੀਟੀ ਰੋਡ ਨਹੀਂ ਮਿਲਣਗੇ ਸਾਨੂੰ, ਤੁਰਾਂਗੇ ਤੇ ਰਾਹ ਬਣੇਗਾ। ਠੀਕ ਹੈ, ਸਹਾਇਕ ਹੋਣਗੇ ਭਗਤ ਜਨ, ਗੁਰਮੁਖ ਜਨ, ਸੰਗਤ ਸਹਾਇਕ ਹੋਏਗੀ ਸਾਡੇ ਵਾਸਤੇ। ਪਰ ਇਹ ਯਾਦ ਰੱਖਿਓ, ਰੱਬ ਦੇ ਘਰ ਦੀ ਕੋਈ ਦਾਤ ਉਦਾਰੀ ਨਹੀਂ ਮਿਲਦੀ। ਸੰਸਾਰ ਦੀਆਂ ਮਿਲ ਜਾਂਦੀਆਂ ਨੇ ਚੀਜ਼ਾਂ, ਪਦਾਰਥ ਉਧਾਰਾ ਮਿਲ ਜਾਂਦਾ, ਦਇਆ ਉਧਾਰੀ ਨਹੀਂ ਮਿਲੇਗੀ, ਜੀਵਨ 'ਚੋਂ ਆਪ ਪੈਦਾ ਕਰਨੀ ਪੈਣੀ ਹੈ। ਨਾਮ ਉਧਾਰਾ ਨਹੀਂ ਮਿਲੇਗਾ, ਉਹ ਜੀਵਨ 'ਚੋਂ ਪ੍ਰਗਟ ਕਰਨਾ ਪੈਣਾ। ਗੁਰੂ ਦਾ ਗਿਆਨ ਉਧਾਰਾ ਨਹੀਂ ਮਿਲੇਗਾ, ਉਹ ਜੀਵਨ 'ਚੋਂ ਪ੍ਰਗਟ ਕਰਨਾ ਪੈਣਾ। ਉਧਾਰਾ ਨਹੀਂ ਉਹਦੇ ਘਰ ਦਾ ਕੁਝ ਵੀ। ਉਹ ਸਾਹਿਬ ਕਹਿੰਦੇ ਜੀਵਨ 'ਚੋਂ ਲੱਭੀ, ਜੀਵਨ 'ਚੋਂ ਪ੍ਰਗਟ ਕਰੀ। ਬਣੇ ਬਣਾਏ ਜੀਟੀ ਰੋਡ ਨਹੀਂ ਹੈ ਉਸ ਰੱਬ ਦੇ ਰਾਹ 'ਤੇ ਤੁਰਨ ਵਾਸਤੇ। ਤੇ ਉੱਥੇ ਸੁਰਤ ਦਾ ਮਾਰਗ ਹੈ ਜੋ ਸ਼ਬਦ ਦੀ ਅਗਵਾਈ 'ਚੋਂ ਬਣਦਾ। ਉਹ ਭਗਤ ਨਾਮਦੇਵ ਜੀ ਨੇ ਬਾਣੀ 'ਚ ਆਖਿਆ ਹੈ, ਜਿਉਂ ਜਲ ਮਾਝੈ ਮਾਛ ਲੋ ਮਾਰਗ ਪੇਖਣੋਂ ਨਾ ਜਾਏ, ਜਿਉਂ ਆਕਾਸ਼ੈ ਪੰਖੀਏ ਲੋ ਖੋਜ ਨਿਰਖਿਓ ਨਾ ਜਾਏ। ਭਗਤ ਜੀ ਕਹਿੰਦੇ ਮਾਰਗ ਨਿਰਗੁਣ ਦਾ, ਉਸ ਬ੍ਰਹਮ ਸੱਤਾ ਦਾ ਇਸੇ ਤਰ੍ਹਾਂ ਦਾ ਹੈ। ਜਿਵੇਂ ਇੱਕ ਮੱਛੀ ਹੈ ਜਾਂ ਪਾਣੀ ਦਾ ਕੋਈ ਜੀਵ ਹੈ, ਉਹ ਪਾਣੀ 'ਚ ਤੁਰਦਾ ਹੈ, ਉਹਦੇ ਪਿੱਛੇ ਕੋਈ ਰਾਹ ਨਹੀਂ ਬਣਦਾ, ਉਹ ਤੁਰਿਆ ਤੇ ਲੀਕ ਮਿਟ ਗਈ। ਇੱਕ ਪੰਛੀ ਆਕਾਸ਼ ਵਿੱਚ ਉਡਾਰੀ ਮਾਰਦਾ, ਉਹਦੇ ਪੈੜ ਨਹੀਂ ਪਕੜੇ ਜਾ ਸਕਦੇ। ਇਸੇ ਤਰ੍ਹਾਂ ਇਹ ਧਰਮ ਦਾ ਮਾਰਗ ਵੀ ਐਸਾ ਹੈ, ਅਨੁਭਵ ਦਾ ਮਾਰਗ ਵੀ ਐਸਾ ਹੈ। ਤੁਰਾਂਗੇ ਰਾਹ ਬਣੇਗਾ, ਬਣਿਆ ਬਣਾਇਆ ਨਹੀਂ ਮਿਲਦਾ। ਤੇ ਮੈਂ ਹੋਰ ਬੇਨਤੀ ਕਰਾਂ, ਆਪਾਂ ਸਿਧਾਂਤਾਂ ਦੀ ਗੱਲ ਕਰਦੇ ਹਾਂ, ਚਾਹੀਦੇ ਵੀ ਨੇ ਸਿਧਾਂਤ। ਸੱਚ ਜਾਣੇ ਉਹ ਜੀਵਨ 'ਚੋਂ ਹੀ ਅਸਲ ਪ੍ਰਗਟ ਹੁੰਦੇ ਨੇ। ਸਿਧਾਂਤ ਹੈ ਹੀ ਉਹ ਜਿਹੜੇ ਜੀਵਨ 'ਚੋਂ ਪ੍ਰਗਟ ਹੁੰਦੇ। ਜਿੰਨੇ ਹੁਣ ਭਗਤ ਰਵਿਦਾਸ ਜੀ ਨੇ ਕਿਹੜੇ ਸ਼ਾਸਤਰ ਵੇਦ ਪੜ੍ਹੇ ਸਨ, ਨਾਮਦੇਵ ਜੀ ਨੇ ਕੀ ਪੜ੍ਹਿਆ ਸੀ, ਕਿੱਥੋਂ ਪ੍ਰਗਟ ਹੋਏ ਸਿਧਾਂਤ? ਉਹਨਾਂ ਦੇ ਜੀਵਨ 'ਚੋਂ ਪ੍ਰਗਟ ਹੋਏ। ਉਹਨਾਂ ਨੇ ਜੀਵਨ ਪੜ੍ਹਿਆ ਸੱਚ ਜਾਣੇ ਬਹੁਤ ਕੁਝ। ਤੇ ਸਤਿਗੁਰ ਕਹਿੰਦੇ ਬਾਣੀ ਧਰਮ ਦੇ ਸ਼ਾਸਤਰ ਗ੍ਰੰਥ ਪੜ੍ਹੀ, ਉਹਦੇ 'ਚੋਂ ਜੀਵਨ ਦਾ ਬੋਧ ਪ੍ਰਾਪਤ ਕਰੀ। ਸੋ ਗੁਰਮੁਖੋ, ਇਕੱਲੇ ਬਾਹਰ ਦੇ ਸਿਧਾਂਤਾਂ ਨਾਲ, ਥਿਊਰੀਆਂ ਨਾਲ ਜੀਵਨ ਨਹੀਂ ਚੱਲਣਾ। ਜੀਵਨ 'ਚੋਂ ਸਿਧਾਂਤ ਪ੍ਰਗਟ ਹੋਇਆ। ਜਿੰਨੇ ਬਾਣੀ ਦੇ ਸਿਧਾਂਤ ਨੇ ਉਹਨਾਂ ਦੇ ਜੀਵਨ 'ਚੋਂ ਪ੍ਰਗਟ ਹੋਏ, ਬਾਹਰੋਂ ਨਹੀਂ ਉਹਨਾਂ ਨੇ ਇਕੱਲੇ ਲੈ ਕੇ ਤੇ ਪੜ੍ਹ ਕੇ ਸੁਣਾ ਦਿੱਤੇ। ਇਸ ਵਾਸਤੇ ਸਤਿਗੁਰ ਇੱਥੇ ਬਖਸ਼ਿਸ਼ ਕਰਦੇ ਨੇ, ਜਿਹੜੇ ਹੁਕਮ ਰਜਾਈ ਦੇ ਮਾਰਗ 'ਤੇ ਤੁਰਦੇ ਨੇ, ਹੋਰ ਭਟਕਦੇ ਨਹੀਂ, ਉਹ ਬਣੇ ਬਣਾਏ ਰਾਹ ਨਹੀਂ ਲੱਭਦੇ। ਉਹਨਾਂ ਦਾ ਜੀਵਨ ਹੀ ਉਸ ਪਾਸੇ ਵੱਲ ਤੁਰ ਪੈਂਦਾ ਹੈ। ਮੰਨੈ ਮਗ ਨਾ ਚੱਲੇ ਪੰਥ। ਤੇ ਸਿੱਖਿਆ ਨੂੰ, ਗੁਰੂ ਕੀ ਮੱਤ ਨੂੰ ਮੰਨਣ ਕਰਕੇ ਉਹ ਗਾਡੀ ਰਾਹ ਨਸੀਬ ਹੋ ਜਾਂਦੀ ਹੈ, ਜਿਹੜੀ ਗੁਰੂ ਹੁਕਮ ਰਜਾਈ ਦੇ ਮਾਰਗ ਦੀ ਬਖਸ਼ਿਸ਼ ਕਰਦਾ ਹੈ। ਤੇ ਸਾਹਿਬ ਜੀ ਕਹਿਣ ਲੱਗੇ, ਉਹਦੇ ਤੋਂ ਬਿਨਾਂ ਹੋਰ ਕਿਸੇ ਰਾਹਾਂ 'ਚ ਮਜ਼ਹਬਾਂ ਦੇ ਝਗੜਿਆਂ ਦੇ ਅੰਦਰ, ਜਿਹੜੇ ਬਹੁਤ ਵੱਡੇ ਨੇ, ਵੱਧਦੇ ਜਾ ਰਹੇ ਨੇ ਮਜ਼ਹਬਾਂ ਦੇ ਜਿਹੜੇ ਝਗੜੇ ਨੇ। ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਸੀ, ਜਿਹਨੂੰ ਸਾਹਿਬ ਕਹਿੰਦੇ ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ। ਭਗਤ ਕਬੀਰ ਜੀ ਆਖਦੇ ਨੇ, ਧਰਮ ਦੀ ਗੁਰਮੁਖ ਪਿਆਰਿਓ, ਜੇ ਚਰਚਾ ਦੀ ਗੱਲ ਆਈ ਹੈ, ਵੇਖੋ ਵਿਵਾਦ ਬਹੁਤ ਸੌਖਾ ਹੋ ਜਾਂਦਾ। ਸਾਡੇ ਕੌਮ 'ਚ ਵੀ ਬੜਾ ਇਹ ਅਰਥ ਇੱਦਾਂ ਨਹੀਂ, ਇਹ ਉਚਾਰਨ ਇੱਦਾਂ ਨਹੀਂ, ਸੰਵਾਦ ਕਰਨਾ ਬੜਾ ਔਖਾ ਹੁੰਦਾ। ਸਿੱਖੀ 'ਚ ਵਿਵਾਦ ਨਹੀਂ, ਸੰਵਾਦ ਕੀਤਾ। ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਸੰਵਾਦ ਕੀਤਾ, ਜੋਗੀਆਂ ਨਾਲ ਸੰਵਾਦ ਕੀਤਾ, ਕਾਜ਼ੀਆਂ ਨਾਲ ਸੰਵਾਦ ਕੀਤਾ। ਵਿਵਾਦ 'ਚ ਨਹੀਂ ਗੁਰੂ ਨਾਨਕ ਸਾਹਿਬ ਪੈਂਦੇ। ਸੋ ਸਿੱਖ ਸੰਵਾਦ ਕਰੇ, ਕੋਈ ਚੰਗੀ ਗੱਲ ਹੈ ਕਿਸੇ ਨਾਲ ਸ਼ੇਅਰ ਕਰ ਲੈ, ਕਿਸੇ ਦੀ ਚੰਗੀ ਗੱਲ ਆਪ ਲੈ ਲੈ। ਇਹ ਹੈ ਸਿੱਖੀ ਦਾ ਚਰਚਾ ਕਰਨ ਦਾ ਵਿਧਾਨ। ਤੋ ਮੇਰੇ ਸਾਹਿਬ ਆਖਦੇ ਨੇ, ਉੱਥੇ ਮਜ਼ਹਬਾਂ ਦੇ ਝਗੜੇ ਨਹੀਂ, ਕੋਈ ਆਪਣੇ ਆਪਣੇ ਰਾਹ ਨੂੰ ਪਕੜ ਕੇ ਬਹਿ ਜਾਂਦਾ ਤੇ ਰਾਹ ਕਦੇ ਮੰਜ਼ਿਲ ਨਹੀਂ ਹੁੰਦੀ। ਗੁਰੂ ਨਾਨਕ ਨੇ ਹੀ ਤੇ ਸਮਝਾਇਆ ਸੀ, ਲੋਕਾਂ ਨੇ ਮੱਤ ਨੂੰ ਹੀ ਮੰਜ਼ਿਲ ਸਮਝ ਲਿਆ। ਸਾਹਿਬ ਕਹਿੰਦੇ ਰਸਤਾ ਠੀਕ ਹੈ, ਮੰਜ਼ਿਲ ਤੱਕ ਪਹੁੰਚਾਉਂਦਾ ਹੋਏਗਾ, ਰਸਤਾ ਮੰਜ਼ਿਲ ਨਹੀਂ ਹੈ, ਉਹਦੇ ਤੇ ਤੁਰਨਾ ਪੈਂਦਾ, ਉਹਨੂੰ ਛੱਡਣਾ ਪੈਂਦਾ ਜੇ ਮੰਜ਼ਿਲ ਤੇ ਜਾਣਾ ਹੈ। ਤੇ ਲੋਕ ਰਾਹਾਂ ਨੂੰ ਹੀ ਘਰ ਸਮਝੀ ਫਿਰਦੇ ਸਨ। ਸਾਹਿਬ ਕਹਿੰਦੇ ਨਹੀਂ, ਸਾਡਾ ਅਸਲ ਜੀਵਨ ਦਾ ਉਦੇਸ਼ ਹੈ ਸਚਿਆਰ ਹੋਣਾ, ਸੱਚ ਦੇ ਵਿੱਚ ਭੇਦ ਹੋਣਾ। ਤੇ ਉਹ ਜਿਹੜਾ ਜਗਿਆਸੂ ਜਨ, ਸਾਹਿਬ ਜੀ ਕਹਿੰਦੇ,
ਜੇ ਮੰਨਣ ਕਰਕੇ ਫਿਰ ਉਸ ਜੀਵਨ ਦੇ ਅੰਦਰ ਕੋਈ ਭਟਕਣਾ ਨਹੀਂ ਰਹਿ ਜਾਂਦੀ। ਤੇ ਸਾਹਿਬ ਕਹਿੰਦੇ ਨੇ ਮੰਨੈ ਧਰਮ ਸੇਤੀ ਸੰਬੰਧ। ਉਹਦਾ ਸਿੱਧਾ ਵੇਖੋ, ਧਰਮ ਸਭ ਦਾ ਸਾਂਝਾ। ਮਜ਼ਹਬ ਵੱਖੋ ਵੱਖ ਹੋਣਗੇ, ਪੰਥ ਵੱਖੋ ਵੱਖ ਹੋਣਗੇ, ਵਿਚਾਰ ਵੈਸੇ ਆਪਾਂ ਕਹਿ ਦਿੰਦੇ ਹਾਂ ਸਿੱਖ ਧਰਮ, ਹਿੰਦੂ ਧਰਮ, ਜੈਨ ਧਰਮ। ਅਸਲ ਇਹ ਕਹਿਣਾ ਚਾਹੀਦਾ ਸਿੱਖ ਮਤ, ਹਿੰਦੂ ਮਤ, ਜੈਨ ਮਤ, ਬੋਧ ਮਤ ਦਾ ਅਰਥ ਹੈ ਵਿਚਾਰਧਾਰਾ। ਧਰਮ ਇੱਕੋ ਹੀ ਹੈ, ਗੁਰਮੁਖੋ ਯੁੱਗਾਂ ਤੋਂ ਹੈ, ਉਹ ਰਹੇਗਾ। ਧਰਮ ਹੈ ਵਾਹਿਗੁਰੂ ਦਾ ਬਣਾਇਆ ਹੁਕਮ, ਆ ਧਰਮ ਹੀ ਹੈ ਸਭ ਕੁਝ। ਧਰਤੀ ਧਰਮ ਦੇ ਅੱਗੇ, ਸਤਿਗੁਰ ਇਸੇ ਦਾ ਵਿਆਖਿਆ ਕਰਨਗੇ, ਧਰਤੀ ਧਰਮ ਦੇ ਸਹਾਰੇ ਖਲੋਤੀ ਹੈ। ਸਾਡੇ ਕੋਲ ਲੈਂਟਰ ਨਹੀਂ ਪੈਂਦਾ ਕੋਠੀ ਤੇ ਕਿੱਡੀ ਵੱਡੀ ਛੱਤ ਹੈ, ਬਿਨਾਂ ਥੰਮਾਂ ਤੋਂ ਖਲੋਤਾ ਹੈ। ਇਹ ਸਭ ਕੁਝ ਉਹਦੇ ਹੁਕਮ ਦੇ ਸਹਾਰੇ ਤੇ ਮੈਂ ਬੇਨਤੀ ਕਰ ਰਿਹਾ, ਧਰਮ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਉਸ ਮਾਲਕ ਦਾ ਬਣਾਇਆ। ਅਸੀਂ ਧਰਮ ਬਣਾਉਣ ਦੀ ਬਜਾਏ ਧਰਮੀ ਬਣ ਜਾਈਏ, ਬੜੀ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਤੋ ਸਤਿਗੁਰ ਕਹਿੰਦੇ ਬਣਨਾ ਵੀ ਕਿੱਦਾਂ ਹੈ? ਤੂੰ ਪਾਣੀ ਵਰਗਾ ਬਣ। ਆ ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਹੀ ਹੋ, ਬ੍ਰਹਮ ਗਿਆਨੀ ਦੀ ਅਵਸਥਾ ਸਾਹਿਬ ਨੇ ਕੀ ਦੱਸੀ ਹੈ? ਵੀ ਚੋਲਾ ਵੱਡਾ ਹੋਏਗਾ ਉਹਦਾ, ਪੱਗ ਦੇ ਪੇਚ ਜ਼ਿਆਦਾ ਹੋਣਗੇ ਉਹਦੇ। ਕੀ ਦੱਸਿਆ ਸਾਹਿਬ ਨੇ? ਸਾਹਿਬ ਕਹਿੰਦੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਾ। ਬ੍ਰਹਮ ਗਿਆਨੀ ਕਿਹਦੇ ਵਰਗਾ? ਪਾਣੀ ਵਰਗਾ। ਬ੍ਰਹਮ ਗਿਆਨੀ ਕਿਹਦੇ ਵਰਗਾ? ਧਰਤੀ ਵਰਗਾ। ਬ੍ਰਹਮ ਗਿਆਨੀ ਕਿਹਦੇ ਵਰਗਾ? ਆਕਾਸ਼ ਵਰਗਾ। ਬ੍ਰਹਮ ਗਿਆਨੀ ਕਿਹਦੇ ਵਰਗਾ? ਹਵਾ ਵਰਗਾ। ਸਮਦ੍ਰਿਸ਼ਟ, ਉਹ ਗਰੀਬ ਨੂੰ ਵੀ ਲੱਗੀ, ਅਮੀਰ ਨੂੰ ਵੀ ਲੱਗੀ। ਪਾਣੀ ਨੇ ਵੀ ਕੋਈ ਵਿਤਕਰਾ ਨਹੀਂ ਕੀਤਾ। ਆਕਾਸ਼ ਵਰਗੀ। ਸੋ ਪੰਜਾਂ ਤੱਤਾਂ ਵਾਲੇ ਗੁਣ ਆ ਗਏ। ਪੰਜ ਤੱਤ ਕੀ ਹੈ? ਧਰਮ 'ਚ ਬੱਝੇ ਹੋਏ ਨੇ। ਪੰਜਾਂ ਤੱਤਾਂ ਤੋਂ ਹੀ ਸਭ ਕੁਝ ਹੋਂਦ ਵਿੱਚ ਆਇਆ ਹੋਇਆ ਹੈ। ਤੇ ਇਸ ਵਾਸਤੇ ਮੇਰੇ ਸਾਹਿਬ ਨੇ ਕਿਹਾ, ਭਲਿਓ ਧਰਮੀ ਬਣ ਜਾਈਏ, ਬਹੁਤ ਚੰਗੀ ਗੱਲ ਹੈ। ਐਵੇਂ ਮਜ਼ਹਬ ਦੇ ਕਿਸੇ ਮਤ ਦੇ ਝਗੜੇ 'ਚ ਨਾ ਆਪਾਂ ਪਈਏ। ਗੁਰੂ ਨਾਨਕ ਸਤਿਗੁਰ ਕੋਲ ਮਸਲਾ ਆਇਆ, ਗੁਰੂ ਨੇ ਇਹ ਨਹੀਂ ਸਿਲੈਕਟ ਕੀਤਾ ਵੀ ਆਹ ਠੀਕ ਹੈ ਆਹ ਨਹੀਂ ਠੀਕ। ਪੱਖਪਾਤ ਨਹੀਂ ਹੈ ਗੁਰੂ ਕੋਲ। ਮਸਲਾ ਆਇਆ ਸੀ ਕੌਣ ਚੰਗਾ ਹੈ? ਆਹ ਧੜਾ ਹਿੰਦਵੀ ਹੈ, ਇਹ ਮੋਮਨੀ ਹੈ। ਬਾਬਾ ਨਾਨਕ ਦੱਸੋ ਤੁਹਾਨੂੰ ਕਿਹੜਾ ਚੰਗਾ ਲੱਗਦਾ? ਪੁੱਛਣ ਫੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਨੋਈ। ਤੇ ਗੁਰੂ ਨਾਨਕ ਸਾਹਿਬ ਨੇ ਥੋੜਾ ਇੱਕ ਸਿਲੈਕਟ ਕੀਤਾ ਕੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ। ਕੱਚਾ ਰੰਗ ਕਸੁੰਭ ਦਾ ਪਾਣੀ ਧੋਤੈ ਥਿਰ ਨਾ ਰहोई। ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ। ਰਾਹ ਸ਼ੈਤਾਨੀ ਦੁਨੀਆ ਗੋਈ। ਸਾਹਿਬ ਕਹਿੰਦੇ ਸ਼ੈਤਾਨਾਂ ਦੇ ਰਾਹ ਨਹੀਂ ਅਸੀਂ ਤੁਰਦੇ। ਜਿਹਦੇ ਜੀਵਨ 'ਚ ਅਮਲ ਨੇ ਬੜਾ ਵੱਡਾ ਹੈ। ਇਲਮਾਂ ਦੇ ਝਗੜੇ ਨਾ ਪਾਈ, ਅਮਲ ਰੱਖੀ ਜੀਵਨ ਅੰਦਰ। ਇਲਮ ਨਾਲੋਂ ਅਮਲ ਵੱਡਾ ਸਾਜਾ। ਹਾਂ ਉਹ ਚੰਗਾ ਗਿਆਨ ਹੈ, ਉਹ ਵਿਚਾਰ ਚੰਗੀ ਹੈ, ਉਹ ਪੜ੍ਹਾਈ ਚੰਗੀ, ਜਿਹਦੇ 'ਚ ਅਮਲ ਹੋਏ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਅਮਲ ਹੀ ਨਹੀਂ ਹੈ, ਉਹ ਇਕੱਲੇ ਇਲਮ ਦਾ ਕੀ ਕਰਾਂਗੇ? ਤੋ ਸਾਹਿਬ ਜੀ ਨੇ ਕਿਹਾ ਉਹ ਧਰਮ ਦਾ ਸੰਬੰਧ ਹੈ ਸਿੱਧਾ। ਜਿਹੜਾ ਧਰਮੀ ਹੋ ਜਾਂਦਾ ਹੈ, ਸਾਂਝਾ ਹੋ ਜਾਂਦਾ ਹੈ, ਉਹ ਸਭਨਾਂ ਨਾਲ ਵਾਸਤਾ ਰੱਖਦਾ, ਸਭਨਾਂ ਦਾ ਭਲਾ ਚਾਹੁੰਦਾ ਹੈ। ਸੋ ਮੰਨੈ ਧਰਮ ਸੇਤੀ ਸੰਬੰਧ। ਗੁਰੂ ਦੀ ਮੱਤ ਜੇ ਜੀਵਨ 'ਚ ਧਾਰਨ ਕਰ ਲਈ ਜਾਏ ਤਾਂ ਰਿਸ਼ਤਾ ਸਿੱਧਾ ਧਰਮ ਨਾਲ ਜੁੜ ਜਾਂਦਾ ਹੈ। ਤੇ ਸਾਹਿਬ ਕਹਿੰਦੇ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਕਾਲਕ ਤੋਂ ਰਹਿਤ ਬਹੁਤ ਨਿਰਲੇਪ ਮਾਲਕ ਵਾਹਿਗੁਰੂ ਦਾ ਨਾਮ, ਉਹਦੀ ਵਡਿਆਈ, ਉਹਦੇ ਗੁਣ ਜੇ ਕੋਈ ਮਨ ਕਰਕੇ, ਸਾਹਿਬ ਜੀ ਕਹਿੰਦੇ ਇਸ ਨੂੰ ਮਨ ਵਿੱਚ ਧਾਰਨ ਕਰ ਲੈਂਦਾ ਹੈ, ਉਹ ਵੀ ਬੜਾ ਨਿਰਮਲ ਨਿਰੰਜਨ ਹੋ ਜਾਂਦਾ ਹੈ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।
ਇਹ ਆਖਰੀ ਪੌੜੀ ਹੈ ਮੰਨੇ ਦੀ। ਮੰਨੈ ਪਾਵੈ ਮੋਖ ਦੁਆਰ। ਜਿੱਥੇ ਬਹੁ ਵਚਨ ਹੋਏਗਾ ਪਾਵੈ ਪਾਉਂਦੇ ਨੇ, ਪਾਇਆ ਜਾ ਸਕਦਾ। ਇੱਕ ਵਚਨ ਹੋਏਗਾ ਪਾਵੈ। ਸੋ ਮੰਨੈ ਪਾਵੈ ਮੋਖ ਦੁਆਰ। ਹਾਹੇ ਦਾ ਸਭ ਤੋਂ ਔਖਾ ਉਚਾਰਨ ਜੇ ਆਪਾਂ ਕਹਿ ਲਈਏ, ਹਾਹੇ ਦਾ ਉਚਾਰਨ ਔਖਾ ਹੈ ਬਾਣੀ ਅੰਦਰ, ਕਿਉਂਕਿ ਥੋੜ੍ਹਾ ਜਿਹਾ ਧਿਆਨ ਮੰਗਦਾ ਹੈ। ਹਾਹੇ ਨੂੰ ਸਿਹਾਰੀ ਲੱਗੀ ਹੈ, ਹਾਹੇ ਨੂੰ ਔਂਕੜ ਲੱਗੀ ਹੈ, ਹਾਹਾ ਮੁਕਤਾ ਹੈ। ਕਿਤੇ ਉਹ ਹਾਹੇ ਨੂੰ ਔਂਕੜ ਉਚਾਰਨਾ ਹੈ, ਕਿਤੇ ਨਹੀਂ ਉਚਾਰਨਾ। ਸਿਹਾਰੀ ਵੀ ਇਸੇ ਤਰ੍ਹਾਂ ਹੈ। ਸੋ ਉੱਥੇ ਫਿਰ ਸਾਨੂੰ ਮੁਸ਼ਕਲ ਆਉਂਦੀ ਬਹੁਤ ਵਾਰ। ਪੰਜਾਬੀ ਵਾਰਤਕ ਵਿੱਚ ਤਾਂ ਆਪਾਂ ਸਿਹਾਰੀ ਵਰਤ ਲੈਂਦੇ। ਜਿਵੇਂ ਵੇਖੋ ਆਪਾਂ ਕਹਿੰਦੇ ਮੈਂ ਸ਼ਹਿਰ ਜਾਣਾ ਹੈ। ਹੁਣ ਤੁਸੀਂ ਪੰਜਾਬੀ 'ਚ ਵੇਖੋ ਸ਼ਹਿਰ ਲਿਖਦੇ ਕਿੱਦਾਂ ਨੇ। ਸ਼ੱਸ਼ਾ ਹੈ, ਹਾਹੇ ਨੂੰ ਸਿਹਾਰੀ ਹੈ ਤੇ ਰਾਰਾ ਹੈ। ਉਹਨੂੰ ਆਪਾਂ ਸ਼ਹਿਰ ਨਹੀਂ ਪੜ੍ਹਦੇ, ਉਹਨੂੰ ਸ਼ਹਿਰ ਪੜ੍ਹਦੇ। ਇਸੇ ਤਰ੍ਹਾਂ ਨਹਿਰੇ ਨਹਿਰ ਜਾ, ਨਹਿਰ ਲਿਖਿਆ ਵੇਖੋ ਕਿੱਦਾਂ ਜਾਂਦਾ ਹੈ, ਉਚਾਰਦੇ ਆਪਾਂ ਕਿੱਦਾਂ। ਪੰਜਾਬੀ ਵਾਰਤਕ ਵਿੱਚ ਆਪਾਂ ਥੋੜ੍ਹਾ ਬਹੁਤ ਸਹੀ ਉਚਾਰਨ ਕਰਦੇ ਹਾਂ। ਜਦੋਂ ਗੁਰੂ ਕੀ ਬਾਣੀ ਆਉਂਦੀ ਹੈ ਮਸਲਾ ਉੱਥੇ ਹੋਰ ਵਿਗੜ ਜਾਂਦਾ ਹੈ। ਸੋ ਖੈਰ, ਜਿੰਨਾ ਆਪਾਂ ਸਮਝਾਂਗੇ, ਬੋਧ ਲਵਾਂਗੇ, ਗੁਰੂ ਚਰਨਾਂ 'ਚ ਬੈਠਾਂਗੇ ਤਾਂ ਸਹਿਜੇ ਸਹਿਜੇ ਜ਼ਰੂਰ ਬੜਾ ਬੋਧ ਗੁਰੂ ਬਖਸ਼ਿਸ਼ ਕਰਦਾ ਹੈ। ਸੋ ਇਸ ਵਾਸਤੇ ਮੰਨੈ ਪਾਵੈ, ਸਿਆਣਿਆਂ ਨੇ ਉਚਾਰਨ ਬਣਾਇਆ ਪਾਵ ਹੈ। ਹਾਹੇ ਨੂੰ ਵੱਖਰਾ ਨਹੀਂ ਉਚਾਰਨ ਕਰਨਾ। ਪਾਵ ਹੈ, ਜਾਵ ਹੈ, ਇਸ ਰੂਪ 'ਚ ਨਹੀਂ। ਹਾਹੇ ਨੂੰ ਸਿਹਾਰੀ ਲੱਗੀ ਹੈ, ਉਸ ਤੋਂ ਪਹਿਲੋਂ ਮੁਕਤਾ ਹੈ ਤੇ ਦੁਲਾਵਾਂ ਤੇ ਨਾਸਕੀ ਉਚਾਰਨ। ਪਾਵੈ, ਜਾਵੈ, ਖਾਵੈ। ਜੇ ਇੱਕ ਵਚਨ ਹੈ ਫਿਰ ਪਾਵੈ, ਜਾਵੈ। ਸੋ ਇਸ ਰੂਪ ਅੰਦਰ ਜੇ ਆਪਾਂ ਪੜ੍ਹਾਂਗੇ, ਭਾਈ ਸਾਹਿਬ ਸਿੰਘ ਜੀ ਮਾਰਕੰਡਾ, ਉਹ ਤੁਹਾਡੇ ਇੱਥੇ ਬੜੀ ਵਾਰ ਆਉਂਦੇ ਨੇ ਤੁਹਾਡੇ ਦਰਸ਼ਨ ਕਰਨ। ਉਹਨਾਂ ਦਾ ਪਾਠ ਵੀ ਟੀਵੀ 'ਤੇ ਤੁਸੀਂ ਸਰਵਣ ਕਰਦੇ। ਸੋ ਜਿਨ੍ਹਾਂ ਨੇ ਸਾਰਾ ਜੀਵਨ ਹੀ ਆਪਣਾ ਬਾਣੀ ਦੇ ਪਾਠ ਵਿੱਚ, ਉਚਾਰਨ, ਸੰਥਾ ਵਿੱਚ ਲਗਾਇਆ। ਸੋ ਉਹਨਾਂ ਨੇ ਉਹ ਵੀ ਬੜੇ ਪਿਆਰ ਨਾਲ ਸਮਝਾਉਂਦੇ ਨੇ। ਇੱਥੇ ਵੀ ਕਈ ਵਾਰ ਆਏ ਗੁਰਮੁਖ ਪਿਆਰਿਆਂ ਦੇ ਉਪਰਾਲੇ ਹੋਏ। ਖੈਰ, ਸੋ ਸਾਨੂੰ ਜਿਗਿਆਸੂ ਬਣਨਾ ਚਾਹੀਦਾ। ਮੈਂ ਨਹੀਂ ਜੀ ਮੰਨਦਾ ਜੀ ਇੱਦਾਂ ਹੀ ਹੁੰਦਾ, ਇਹ ਗੱਲ ਨਹੀਂ ਹੁੰਦੀ। ਸਿੱਖ ਲਰਨਿੰਗ ਪਰਸਨ ਹੈ। ਸਿੱਖ ਕੌਣ ਹੈ? ਸਿੱਖ ਲਰਨਟ ਨਹੀਂ ਕਦੇ ਹੁੰਦਾ। ਸਿੱਖ ਲਰਨਿੰਗ ਹੈ। ਸਦਾ ਆਪਾਂ ਸਦਾ ਹੀ ਸਿੱਖਦੇ ਰਹਿਣਾ, ਸਿੱਖਦੇ ਰਹਿਣਾ। ਵਿਵਾਦ ਨਹੀਂ ਕਦੇ ਕਰਨਾ। ਜੋ ਚੰਗਾ ਮਿਲ ਗਿਆ, ਗੁਣ ਮਿਲ ਗਿਆ, ਹੋਰ ਸਿੱਖ ਲਿਆ, ਹੋਰ ਸਿੱਖ ਲਿਆ। ਸੋ ਆਪਾਂ ਲਰਨਿੰਗ ਪਰਸਨ ਹਾਂ, ਸਿੱਖ ਹਾਂ, ਤਾਲਬ ਹਾਂ, ਜਿਗਿਆਸੂ ਹਾਂ, ਤੋ ਜ਼ਰੂਰ ਸਿੱਖ ਲੈਣਾ ਚਾਹੀਦਾ। ਖੈਰ, ਮੰਨੈ ਪਾਵੈ ਮੋਖ ਦੁਆਰ। ਸਾਹਿਬ ਜੀ ਕਹਿੰਦੇ ਗੁਰੂ ਦੀ ਮੱਤ ਮੰਨਣ ਕਰਕੇ ਜਿਗਿਆਸੂ, ਮੋਖ ਦਾ ਅਰਥ ਹੈ ਮੁਕਤੀ। ਤੇ ਸਾਨੂੰ ਫੜਿਆ ਕਿੰਨੇ? ਪਹਿਲੋਂ ਵੇਖਣਾ ਪਏਗਾ। ਵਿਕਾਰਾਂ ਤੋਂ ਮੁਕਤ ਹੋ ਜਾਣਾ, ਬੁਰਾਈਆਂ ਤੋਂ ਮੁਕਤ ਹੋ ਜਾਣਾ, ਔਗਣਾਂ ਤੋਂ ਜੀਵਨ ਬਿਲਕੁਲ ਮੁਕਤ ਹੋ ਗਿਆ। ਤੋ ਸਾਹਿਬ ਜੀ ਕਹਿੰਦੇ ਠੀਕ ਹੈ, ਅੱਗੇ ਦੀ ਵੀ ਗੱਲ ਹੋ ਸਕਦੀ ਹੈ ਮੁਕਤੀ ਨਾਲ, ਉਹ ਵੀ, ਕਿਉਂਕਿ ਇਕੱਲਾ ਇਹ ਜੀਵਨ ਹੀ ਜੇ ਆਪਾਂ ਸਮਝ ਲਿਆ ਫਿਰ ਬੜੀ ਮੁਸ਼ਕਲ ਹੈ। ਇਹਦੇ ਅੱਗੇ ਪਿੱਛੇ ਬਹੁਤ ਕੁਝ ਹੈ ਤੋ ਜਿਹਨੂੰ ਸ਼ਾਇਦ ਆਪਾਂ ਸਮਝ ਕੇ ਨਹੀਂ ਸਮਝ ਸਕਦੇ। ਜੇ ਆਪਾਂ ਕਹੀ ਇੱਥੇ ਮੁੱਕ ਗਿਆ, ਫਿਰ ਧਰਮ ਵੀ ਸੱਜ ਜਾਣੋਂ ਖਤਮ ਹੋ ਗਿਆ। ਜੇ ਆਪਾਂ ਕਹੀਏ ਬਸ ਸਰੀਰ ਦੇ ਮੁੱਕਣ ਨਾਲ ਹੀ ਸਭ ਕੁਝ ਮੁੱਕ ਗਿਆ, ਖੈਰ ਉਹ ਅੱਗਾ ਪਿੱਛਾ ਤੇ ਮੇਰਾ ਮਾਲਕ ਵਾਹਿਗੁਰੂ ਜਾਣਦਾ। ਤੇ ਮੇਰੇ ਸਾਹਿਬ ਕਹਿੰਦੇ ਉੱਥੇ ਫਿਰ ਜਨਮ ਮਰਨ ਤੋਂ ਛੁਟਕਾਰਾ ਹੈ, ਮੋਖ ਪਦਵੀ ਹੈ, ਵਿਕਾਰਾਂ ਤੋਂ ਵੀ ਛੁਟਕਾਰਾ, ਬਿਲਕੁਲ ਨਿਰਲੇਪ ਵਾਹਿਗੁਰੂ ਦੇ ਪਿਆਰੇ। ਮੰਨੈ ਪਰਵਾਰੈ ਸਾਧਾਰ। ਸਿੱਖਿਆ ਮੰਨਣ ਕਰਕੇ ਪਰਵਾਰੈ ਸਾਧਾਰ। ਤੋ ਸਾਹਿਬ ਜੀ ਕਹਿੰਦੇ ਸਾਧਾਰ ਦਾ ਅਰਥ ਹੁੰਦਾ ਆਧਾਰ ਸਹਿਤ। ਜਿੱਥੇ ਆਪਣੇ ਜੀਵਨ ਦਾ ਆਧਾਰ, ਉੱਥੇ ਪਰਿਵਾਰ ਦਾ ਵੀ ਆਧਾਰ ਹੋਇਆ, ਉਹਨਾਂ ਦੀ ਕੁੱਲ ਵੀ ਸਤਿਕਾਰੀ। ਗੁਰਦੇਵ ਜੀ ਕਹਿੰਦੇ ਉਸ ਆਪਣੇ ਸਮੂਹ ਨੂੰ, ਪਰਿਵਾਰ ਨੂੰ, ਸੰਗਤ ਦਾ ਵੀ ਫੁੱਲ ਖਿੜਿਆ ਹੋਏ, ਆਸੇ ਪਾਸੇ ਖੁਸ਼ਬੂ ਜ਼ਰੂਰ ਵੰਡਦਾ। ਦੀਵਾ ਜਗਦਾ ਹੋਏ, ਆਸੇ ਪਾਸੇ ਚਾਨਣ ਜ਼ਰੂਰ ਹੋਏ। ਜਿੱਥੇ ਉਹਦਾ ਗੁਣ ਹੈ, ਉਹਦੀ ਸਿਫਤ ਜਿਹਨੇ ਮੰਨਣ ਕਰਕੇ ਸਾਹਿਬ ਕਹਿੰਦੇ ਆਪਣਾ ਵੀ ਭਲਾ ਹੈ ਤੇ ਹੋਰਾਂ ਦਾ ਵੀ ਭਲਾ ਹੈ, ਉਹ ਪਰਿਵਾਰ ਦਾ ਵੀ ਭਲਾ ਹੁੰਦਾ। ਤੋ ਸਾਹਿਬ ਅੱਗੇ ਆਖਦੇ ਨੇ ਮੰਨੈ ਤਰੈ ਤਾਰੇ ਗੁਰ ਸਿੱਖ। ਇਹਨੂੰ ਗੁਰ ਸਿੱਖ ਇਕੱਠਾ ਨਹੀਂ ਪੜ੍ਹਨਾ, ਗੁਰੂ ਤੇ ਸਿੱਖ ਦੋਨਾਂ ਦਾ ਜ਼ਿਕਰ ਆਇਆ।
ਮੰਨੈ ਸਾਹਿਬ ਜੀ ਕਹਿੰਦੇ ਮੰਨਣ ਕਰਕੇ। ਹੁਣ ਜੇ ਆਪਾਂ ਇਹਨੂੰ ਸੌਖੇ ਅਰਥ ਸਮਝਣਾ ਹੋਏ, ਤਰੈ ਇੱਕ ਵਚਨ ਹੈ, ਤਾਰੇ ਬਹੁ ਵਚਨ ਹੈ। ਗੁਰ ਰਾਰੇ ਨੂੰ ਔਂਕੜ ਲੱਗੀ ਹੈ, ਇੱਕ ਵਚਨ ਹੈ। ਸਿੱਖ ਖੱਖਾ ਮੁਕਤ ਹੈ, ਬਹੁ ਵਚਨ ਹੈ। ਸੋ ਸੌਖੇ ਅਰਥ ਸਮਝਣੇ ਨੂੰ ਮੰਨੈ, ਤਰੈ ਗੁਰ, ਤਾਰੇ ਸਿੱਖ। ਤਰੈ ਦਾ ਸੰਬੰਧ ਗੁਰੂ ਨਾਲ ਹੈ, ਤਾਰੇ ਦਾ ਸੰਬੰਧ ਸਿੱਖਾਂ ਨਾਲ। ਜਿਹਨੂੰ ਆਪਾਂ ਪੜ੍ਹਦੇ ਹਾਂ ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਗੁਰੂ ਆਪ ਧਰਿਐ, ਸਿੱਖਾਂ ਨੂੰ ਤਾਰ ਦਿੰਦਾ। ਇਹ ਗੁਰੂ ਦੀ ਮਹਿਮਾ ਹੈ। ਸੋ ਮੰਨੈ, ਧਰੈ, ਤਾਰੇ, ਗੁਰ, ਸਿੱਖ। ਇਹ ਗੁਰ ਸਿੱਖ ਇਕੱਠਾ ਨਹੀਂ ਹੈ, ਹਾਂ ਉਹ ਵੀ ਇਕੱਠਾ ਹੋਏਗਾ ਬਾਣੀ ਅੰਦਰ। ਤੋ ਸਾਹਿਬ ਜੀ ਕਹਿੰਦੇ ਗੁਰੂ ਦੀ ਸਿੱਖਿਆ ਦੇ ਪ੍ਰਸਾਰ ਦੁਆਰਾ ਹੋਰਨਾਂ ਨੂੰ ਵੀ ਉਤਾਰ ਦਿੰਦਾ, ਆਪ ਵੀ ਜੀਵਨ ਤਰਦਾ। ਮੰਨੈ ਨਾਨਕ ਭਵੈ ਨਾ ਭਿਖ। ਤੋ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਆਖਦੇ ਨੇ ਮੰਨਣ ਕਰਕੇ, ਭਵੈ ਭੌਂਦੇ ਨਹੀਂ, ਭਿਖ ਭਿਖਾਰੀ ਬਣ ਕੇ। ਉਹ ਮੰਗਤੇ, ਪੰਡਤ ਤੇ ਕਹਿੰਦਾ ਮੰਗਤਾ ਜਾ ਹੀ ਬਣਿਆ ਰਹੇ, ਸ਼ੋਸ਼ਣ ਕਰਨਾ ਚਾਹੁੰਦੇ ਨੇ। ਗੁਰੂ ਸਾਡਾ ਸ਼ੋਸ਼ਣ, ਸਾਨੂੰ ਤੇ ਗੁਰੂ ਬਾਦਸ਼ਾਹ ਬਣਾਉਂਦਾ, ਸਾਨੂੰ ਤੇ ਗੁਰੂ ਕਹਿੰਦਾ ਮੇਰੇ ਵਰਗਾ ਭਾਈ ਹੈ, ਇਹ ਮੇਰਾ ਸਿੱਖ ਹੈ, ਇਹ ਮੇਰਾ ਪਿਆਰਾ ਹੈ, ਇਹ ਤੇ ਮੇਰਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੂੰ ਸਦ ਸੰਗਾ। ਉਹ ਕਿੰਨੀਆਂ ਪਦਵੀਆਂ ਗੁਰੂ ਬਖਸ਼ਦਾ। ਗੁਰੂ ਸਾਨੂੰ ਮੰਗਤੇ ਜੇ ਅਜ਼ਿਜ਼ ਜੇ ਨਹੀਂ ਬਣਾ ਕੇ ਰੱਖਦਾ। ਗੁਰੂ ਤਾਂ ਕਹਿੰਦਾ ਮੇਰੇ ਵਰਗੇ ਨੇ। ਗੁਰੂ ਤੇ ਫਰਕ ਹੀ ਨਹੀਂ ਰਹਿਣ ਦਿੰਦਾ ਆਪਣੇ 'ਚ। ਕਿਸੇ ਨੇ ਪੁੱਛਿਆ ਬਾਬਾ ਕੌਣ ਹੈ? ਨੌਕਰ ਲੱਗਦਾ ਹੈ। ਨਾ ਭਾਈ। ਬਾਬਾ ਫਿਰ ਚਲੋ ਦਾਸ ਲੱਗਦਾ? ਨਹੀਂ ਭਾਈ। ਕੌਣ ਹੈ ਬਾਬਾ ਤੇਰੇ ਨਾਲ? ਸਾਹਿਬ ਕਹਿੰਦੇ ਮੇਰਾ ਭਾਈ ਹੈ, ਭਾਈ ਮਰਦਾਨਾ ਜੀ। ਗੁਰੂ ਨੇ ਭਾਈ ਬਣਾਇਆ ਸਾਨੂੰ। ਗੁਰੂ ਆਪਣੇ ਵਰਗੇ ਤੋਂ ਸਾਹਿਬ ਜੀ ਕਹਿੰਦੇ ਉੱਥੇ ਮੁਥਾਜ਼ੀ ਨਹੀਂ ਰਹਿ ਜਾਂਦੀ, ਕਦੇ ਕਿਸੇ ਕੋਲ ਤਰਲੇ, ਕਦੇ ਕਿਸੇ ਕੋਲ। ਗੁਰੂ ਕਾ ਸਿੱਖ ਕਹਿੰਦਾ ਵਾਹਿਗੁਰੂ ਤੇਰੇ ਭਾਣੇ, ਤੇਰੇ ਰਜਾ 'ਚ ਮੈਨੂੰ ਜੀਵਨ ਬਖਸ਼ੀ। ਜੋ ਵਰਤਾਉਣਾ ਵਰਤਾਈ, ਬਸ ਇਹ ਕਿਰਪਾ ਕਰੀ ਮੈਨੂੰ ਜੇਰਾ ਬਖਸ਼ ਦੇਈ। ਮੈਂ ਜਰ ਲਵਾਂ ਉਹਨੂੰ, ਮੈਨੂੰ ਸਬਰ ਦੇ ਦੇਈ, ਮੈਨੂੰ ਚੜ੍ਹਦੀ ਕਲਾ ਦੇ ਦੇਈ। ਜੋ ਝੋਲੀ 'ਚ ਪਾਏ ਮੈਂ ਕਬੂਲ ਕਰ ਲਵਾਂ। ਸੋ ਗੁਰੂ ਨੇ ਸਾਨੂੰ ਐਸਾ ਜੀਵਨ ਬੇਪਰਵਾਹੀ ਵਾਲਾ, ਬਾਦਸ਼ਾਹੀ ਵਾਲਾ ਬਖਸ਼ਿਆ। ਮੰਨੈ ਨਾਨਕ ਭਵੈ ਨਾ ਭਿਖ। ਗੁਰੂ ਦੀ ਸਿੱਖਿਆ ਮੰਨ ਲੈ ਜਾਣ ਸਦਕਾ ਜਿਹੜਾ ਜਗਿਆਸੂ ਹੁੰਦਾ ਉਹ ਆਤਮ ਗਿਆਨ ਨਾਲ ਭਰ ਜਾਂਦਾ। ਉਹ ਭਿਖਿਆ ਪਾਤਰ ਭਿਖਾਰੀ ਬਣ ਕੇ ਦਰ ਦਰ ਸਾਹਿਬ ਕਹਿੰਦੇ ਨਹੀਂ ਭਟਕਦੇ। ਕਿੱਡੀ ਉੱਚੀ ਅਵਸਥਾ ਗੁਰੂ ਬਖਸ਼ਿਸ਼ ਕਰ ਦਿੰਦਾ। ਐਸਾ ਨਾਮ ਨਿਰੰਜਨ ਹੋਏ, ਅੰਜਨ ਕਾਲਖ ਮਾਇਆ ਨਿਰ ਨਹੀਂ। ਰਹਿੰਦੇ ਇਸੇ ਮਾਇਆ 'ਚ। ਉਹ ਜੋਗੀਆਂ ਨੇ ਪੁੱਛਿਆ ਸੀ ਬਾਬਾ ਸਾਨੂੰ ਨਹੀਂ ਸਮਝ ਆਉਂਦੀ, ਅਸੀਂ ਤੇ ਸਮਾਧੀਆਂ ਲਾ ਲਾ ਕੇ ਹਾਰ ਗਏ ਹਾਂ, ਬੜੇ ਯਤਨ ਕੀਤੇ, ਇਹ ਕਿਵੇਂ ਹੋ ਸਕਦਾ? ਸਤਿਗੁਰ ਕਹਿੰਦੇ ਕਮਲ ਦਾ ਫੁੱਲ ਵੇਖਿਆ ਕਿੱਥੇ ਹੁੰਦਾ ਹੈ? ਚਿੱਕੜ 'ਚ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਵੀ ਜਿਹੜੇ ਹਾਂ ਕਰਮਾਂ ਦੇ ਚਿੱਕੜ ਤੋਂ ਬਿਨਾਂ ਨਹੀਂ ਹੋ ਸਕਦੇ। ਰਹਿਣਾ ਤੇ ਕਰਮਾਂ ਦੇ ਚਿੱਕੜ 'ਚ ਹੀ ਅਸੀਂ, ਪਰ ਇਹਦੇ 'ਚ ਸੁਰਤ ਦੀ ਨਿਰਲੇਪਤਾ ਹੋ ਸਕਦੀ ਹੈ। ਜੈਸੇ ਜਲ ਮੈਂ ਕਮਲ ਨਿਰਾ ਮੁਰਗਾਈ ਨੈਸਾਨੇ। ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਖਾਣੇ। ਸਾਹਿਬ ਕਹਿੰਦੇ ਸਿੱਧੂ ਕਮਲ ਵੇਖਿਆ ਵੇਖਿਆ, ਮੁਰਗਾਬੀ ਵੇਖੀ ਹੈ ਪਾਣੀ 'ਚ ਰਹਿੰਦੀ ਹੈ, ਖੰਭ ਨਹੀਂ ਉਹਦੇ ਭਿੱਜਦੇ। ਸਾਹਿਬ ਕਹਿੰਦੇ ਬਸ ਭਗਤ ਵੀ ਇਸੇ ਤਰ੍ਹਾਂ ਵੇਖੋ। ਇਹ ਨਾ ਵੇਖੋ ਜੰਗਲ 'ਚ ਬੈਠਾ ਹੈ, ਇਹ ਨਾ ਵੇਖੋ ਘਰ-ਬਾਰ ਛੱਡ ਕੇ ਭੱਜ ਗਿਆ। ਨਹੀਂ, ਜਿਹੜਾ ਗੱਜਦਾ ਹੈ ਭਗਤ ਭੱਜਦਾ ਨਹੀਂ ਕਦੇ। ਕਿੰਨਿਆਂ ਨੇ ਯਤਨ ਕੀਤਾ ਵੀ ਇਹ ਭੱਜ ਜਾਣ, ਉੱਥੇ ਬਹਿ ਕੇ ਗੱਜਦੇ ਰਹੇ ਭਗਤ ਰਵਿਦਾਸ ਜੀ। ਉਹਨਾਂ ਦੀ ਪੂਰੀ 'ਚ ਬਹਿ ਕੇ ਹੀ ਗੱਜਦੇ ਰਹੇ ਭਗਤ ਕਬੀਰ ਜੀ। ਰੱਬ ਦੇ ਪਿਆਰੇ ਨਹੀਂ ਪਰਵਾਹ ਕਰਦੇ। ਤੋ ਸਾਹਿਬ ਕਹਿੰਦੇ ਉਹ ਨਿਰੰਜਨ ਜਿਨ੍ਹਾਂ ਨੂੰ ਇਸੇ ਸੰਸਾਰ 'ਚ ਰਹਿ ਕੇ ਹੀ ਕਾਲਖ ਤੋਂ ਰਹਿਤ ਹੋਣਾ। ਸਰੀਰ ਰਹੇ ਕਰਮਾਂ 'ਚ, ਸੰਸਾਰ ਦੇ ਅੰਦਰ ਸੁਤ ਨਿਰਲੇਪ ਰਹੇ। ਜਿਹਨੂੰ ਸਾਹਿਬ ਨੇ ਕਿਹਾ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਠੀਕ ਹੈ, ਰਿਹਾ ਸੰਸਾਰ 'ਚ ਸਰੀਰ, ਦੁਕਾਨ 'ਤੇ ਰਿਹਾ, ਮਕਾਨ 'ਚ ਰਿਹਾ ਸਰੀਰ, ਸੁਰਤ ਉਹਦੇ 'ਚ ਲੱਗੀ ਰਹੀ। ਤੋ ਇਹ ਹੈ ਨਿਰੰਜਨ, ਕਾਲਖ ਤੋਂ ਰਹਿਤ ਅਵਸਥਾ। ਤੋ ਸਾਹਿਬ ਜੀ ਕਹਿੰਦੇ ਜਿੱਥੇ ਜੀਵਨ 'ਚ ਐਸੀ ਵਰਤੀ ਹੈ, ਕਿੱਥੇ ਵਰਤੀ? ਜੇ ਕੋ ਮਨ ਜਾਣੈ ਮਨ ਕੋਇ। ਸਤਿਗੁਰ ਕਹਿੰਦੇ ਜੇ ਕੋਈ ਮਨ ਕਰਕੇ ਇਸ ਨੂੰ ਮਨ ਵਿੱਚ ਜਾਣ ਲਏ,
ਗੁਰੂ ਕੀ ਮੱਤ ਨੂੰ, ਸਚਿਆਰ ਵਾਹਿਗੁਰੂ ਦੇ ਗੁਣਾਂ ਨੂੰ, ਧਰਮ ਨੂੰ ਅਸਲ ਜੀਵਨ 'ਚ ਜੀਣਾ ਕਰੇ ਤੋ ਸਾਹਿਬ ਜੀ ਕਹਿੰਦੇ ਤਾਂ ਫਿਰ ਉਹ ਜੀਵਨ ਸਚਿਆਰ ਹੈ। ਸੋ ਸੁਣੈ ਤੇ ਮੰਨੈ, ਭਾਵ ਇੱਕੋ ਹੀ ਹੈ ਵੈਸੇ ਪੌੜੀਆਂ ਦਾ। ਤੇ ਸਿੱਖ ਦੀ ਸ਼ੁਰੂਆਤ ਵੀ ਇੱਥੋਂ ਹੈ, ਸੁਣਨ ਕਰਕੇ। ਸੁਣਿਆ, ਮੰਨਿਆ, ਮਨ ਕੀਤਾ, ਭਾਵੋ ਅੰਤਰਗਤ ਤੀਰਥ ਮਲ ਨਾਉ। ਫਿਰ ਆਪਣਾ ਆਪ ਜੀਵਨ ਹੀ ਤੀਰਥ ਬਣ ਗਿਆ। ਗੁਰੂ ਕੇ ਪਿਆਰੇ ਦਾ ਜੀਵਨ ਹੀ ਐਸਾ ਨਿਰਮਲ ਹੋ ਜਾਂਦਾ ਹੈ, ਉੱਥੇ ਫਿਰ ਅੰਜਨ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਸਤਿਗੁਰ ਕਿਰਪਾ ਕਰਨ, ਇੱਥੇ ਹੀ ਆਪਾਂ ਸੰਪੂਰਨਤਾ ਕਰਦੇ ਹਾਂ। ਬਹੁਤ ਵੱਡੀ ਦਾਤ ਗੁਰੂ ਕੀ ਬਾਣੀ ਸਾਨੂੰ ਅਡੋਲਤਾ ਦੀ, ਚੜ੍ਹਦੀ ਕਲਾ ਦੀ ਬਖਸ਼ਦੀ ਹੈ। ਤੋ ਸਦਾ ਬਾਣੀ ਦਾ ਸਹਾਰਾ ਲਓ, ਪਰਿਵਾਰ ਵਿੱਚ ਬਾਣੀ ਦੇ ਪ੍ਰਵਾਹ ਚੱਲਣ, ਸਹਿਜ ਪਾਠ ਹੋਏ, ਨੈਗੇਟਿਵਿਟੀ ਤੋਂ ਬਚੀਏ, ਖਬਰਾਂ ਜ਼ਿਆਦੀਆਂ ਨਾ ਸੁਣੀਏ। ਚੜ੍ਹਦੀ ਕਲਾ ਹੈ ਘਰਾਂ 'ਚ, ਤੇ ਅੱਜ ਕੱਲ੍ਹ ਕੀਰਤਨ ਆਉਂਦਾ ਹੈ, ਪਾਠ ਆਉਂਦਾ ਹੈ, ਕਥਾ ਵਿਚਾਰ ਆਉਂਦੇ ਨੇ। ਸੋ ਚੰਗਾ ਜੀਵਨ ਬਣਾਈਏ, ਨਜ਼ਰੀਆ ਚੰਗਾ ਰੱਖੀ। ਮੈਂ ਫਿਰ ਬੇਨਤੀ ਕਰਾਂ, ਹਾਲਾਤ ਨਹੀਂ ਅਸੀਂ ਬਦਲ ਸਕਦੇ, ਆਪਣਾ ਨਜ਼ਰੀਆ ਤੇ ਬਦਲ ਸਕਦੇ ਹਾਂ। ਸੋ ਗੁਰੂ ਸਾਨੂੰ ਚੜ੍ਹਦੀ ਕਲਾ ਵਾਲਾ ਨਜ਼ਰੀਆ ਬਖਸ਼ਿਸ਼ ਕਰਦੇ ਨੇ। ਉਹ ਤਾਂ ਹੀ ਸੰਭਵ ਹੈ ਜੇ ਸਾਡੇ ਕੋਲ ਬਾਣੀ ਹੋਏਗੀ। ਜੈਸੇ ਥੋਟ ਹੁੰਦੇ ਨੇ ਵੈਸੀ ਫੀਲਿੰਗ ਹੁੰਦੀ ਹੈ। ਵੇਖੋ ਤੁਸੀਂ, ਜੇ ਸਾਡੇ ਕੋਲ ਬਾਣੀ ਦੀ ਵਿਚਾਰ ਹੈ, ਗੁਰੂ ਦੀ ਬਾਣੀ ਦਾ ਗਿਆਨ, ਫਿਰ ਫੀਲਿੰਗ ਵੀ ਚੜ੍ਹਦੀ ਕਲਾ ਵਾਲੀ, ਅਹਿਸਾਸ ਵੀ ਚੜ੍ਹਦੀ ਕਲਾ ਵਾਲਾ, ਫਿਰ ਕਦੇ ਢਹਿੰਦੀ ਕਲਾ ਨਹੀਂ ਬਣਦੀ। ਸੋ ਸਾਹਿਬ ਸਤਿਗੁਰ ਕਿਰਪਾ ਕਰਨ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਭੁੱਲਾਂ ਦੀ ਖਿਮਾ, ਸਭਨਾਂ ਦਾ ਧੰਨਵਾਦ। ਤੁਹਾਡੀ ਸੇਵਾ, ਤੁਹਾਡਾ ਉਦਮ ਸਤਿਗੁਰ ਕਬੂਲ ਕਰਨ। ਸਭਨਾਂ ਨੂੰ ਆਪਣੇ ਭਾਣੇ ਤੰਦਰੁਸਤੀ, ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ